ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨਿਆਰ ਬਰਨ ਜਾਤ ਹਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਏਕ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿਆਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇ ਨ ਜਿਹੇ ਲਗ ਭਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਔਰ ਧਾਰ ਵਿਚਾਰ ਮੁਰਾਰੁ ਰਮੋ ਰਾਮ ਮਨ ਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰ ਪੂਰੈ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸ਼ਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਨਵ ਛੇ ਖਟ ਬੋਲਹਿ ਮੁਖ ਆਗਰ ਮੇਰਾ ਹਰ ਪ੍ਰਭ ਇਵ ਨ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਏਉ ਹਰ ਪ੍ਰਭ ਮੇਰਾ ਭੀਨੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ
ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਮੰਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ। ਸੋ ਕਹੀਅਤ ਹੈ ਸੂਰਾ। ਆਤਮ ਜਿਣ ਸਗਲ ਵਸਤਾ ਕੈ। ਜਾ ਕਾ ਸਤਿਗੁਰ ਪੂਰਾ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ। ਸੋ ਕਹੀਅਤ ਹੈ ਸੂਰਾ। ਆਤਮ ਜਿਣ ਸਗਲ ਵਸਤਾ ਕੈ। ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ। ਸਰਣੀ ਪਾਵਨ ਨਾਮ ਧਿਆਵਨ। ਸਹਜ ਸਮਾਵਨ ਸੰਗ। ਰਹਾਉ ਜਨ ਕੇ ਚਰਨ ਵਸਹਿ ਮਿਰਹੀਅਰ। ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਧ। ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸਹਿ ਮਿਰਹੀਅਰ। ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਧ। ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨਕੇ ਭਾਗ ਬੜੇ ਹੈ ਭਾਈ ਤਨ ਸਾਧੂ ਸੰਗ ਮੁਖ ਜੁਰੇ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ
ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਪਵਿੱਤਰ ਪਾਵਨ ਅੰਮ੍ਰਿਤ ਬਚਨ ਅੰਦਰ ਗੁਰਦੇਵ ਜੀ ਨੇ ਸਾਨੂੰ ਸਾਡੇ ਜੀਵਨ ਦਾ ਪ੍ਰਯੋਜਨ ਸਮਝਾਇਆ ਹੈ ਕਿ ਸਾਡੇ ਜੀਵਨ ਦਾ ਪ੍ਰਯੋਜਨ ਕੀ ਹੈ, ਮਨੋਰਥ ਕੀ ਹੈ। ਰੱਬੀ ਬਾਣੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੁੰਦਿਆਂ ਸਮੂਹ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਦਿਆਂ ਜੋ ਪਾਵਨ ਔਰ ਪਵਿੱਤਰ ਸ੍ਰੀ ਮੁਖ ਵਾਕ ਹੁਕਮਨਾਮੇ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪ੍ਰਤੱਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਐਸੇ ਦੀਨ ਦਿਆਲ ਸਤਿਗੁਰੂ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ। ਤਿਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਨੇ ਅੰਮ੍ਰਿਤ ਨਾਮ ਪੀਓ। ਹੈ ਪੱਥਤ ਤੇ ਮਤ ਚੂਕੈ ਰੇ ਮਨ ਭੇਦ ਬਭੇਦ ਨ ਜਾਣ ਬਿਓ। ਪ੍ਰਤੱਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਖੁਦ ਆਪ ਬ੍ਰਹਮ ਦਾ ਸਵਰੂਪ ਅਕਾਲ ਪੁਰਖ ਦਾ ਸਵਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਹਨ। ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਰਾਗ ਤਨਾਸਰੀ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਇਸ ਕਲੀ ਕਾਲ ਦੇ ਸਮੇਂ ਵਿੱਚ ਆ ਜਿਹੜਾ ਯੁੱਗ ਚੱਲ ਰਿਹਾ ਹੈ, ਕਲਯੁਗ ਕਹਿੰਦੇ ਹਨ ਇਹਨੂੰ। ਇਹ ਕਲਯੁਗ ਹੈ, ਕਲੀ ਕਾਲ ਦਾ ਸਮਾਂ ਹੈ। ਕਲਯੁਗ ਕਿਉਂ ਹੈ? ਕਿਉਂਕਿ ਝੂਠ ਤੇ ਝੂਠ ਪ੍ਰਧਾਨ ਹੈ। ਕਲਯੁਗ ਦੀ ਕੀ ਨਿਸ਼ਾਨੀ ਹੈ? ਸਾਹਿਬ ਕਹਿੰਦੇ ਕਲਯੁਗ ਰਥ ਅਗਨ ਕਾ ਕੂੜ ਅਗੈ ਰਥ ਵਾਹੋ। ਕਲਯੁਗ ਦਾ ਜਿਹੜਾ ਰਥ ਹੈ ਇਹ ਅੱਗ ਦਾ ਹੈ, ਔਰ ਇਹਨੂੰ ਹੱਕਣ ਵਾਲਾ, ਇਹਨੂੰ ਚਲਾਉਣ ਵਾਲਾ, ਇਹਦਾ ਜਿਹੜਾ ਰਥਵਾਹੀ ਹੈ ਉਹ ਝੂਠ ਹੈ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਇਹ ਕਲਯੁਗ ਦੀ ਨਿਸ਼ਾਨੀ ਹੈ। ਕਲਯੁਗ ਦੀਆਂ ਨਿਸ਼ਾਨੀਆਂ ਮਹਾਰਾਜ ਜੀ ਦੱਸਦੇ ਆ, ਇਹ ਵੀ ਫਰਮਾਉਂਦੇ ਹੈ ਕਿ ਇੱਥੇ ਪਰਾਈ ਵਸਤੂ ਨੂੰ ਆਪਣਾ ਤੇ ਆਪਣੀ ਨੂੰ ਚੰਗਾ ਨਾ ਸਮਝਣਾ, ਇਹ ਵਿਧਾਨ ਹੈ ਕਲਯੁਗ ਦਾ। ਆਉਂਦੇ ਨੂੰ ਜਾਂਦਾ ਕਹਿਣਾ, ਜਾਂਦੇ ਹੋਏ ਨੂੰ ਆਉਂਦਾ ਕਹਿਣਾ, ਇਹ ਕਲਯੁਗ ਦਾ ਵਿਧਾਨ ਹੈ। ਰੱਬ ਦੇ ਪਿਆਰ ਦੇ ਰੰਗਾਂ ਵਿੱਚ ਰੰਗਿਆ ਹੋਇਆਂ ਦੀ ਨਿੰਦਾ ਕਰਨੀ, ਭੰਡੀ ਕਰਨੀ, ਇਹ ਕਲਯੁਗ ਦੀ ਬਿਰਤੀ ਹੈ। आवत को जाता कहे जाते को आया, पर की को अपनों कहे अपनों नहीं पाया। मीठे को कौड़ा कहे कड़ुए को मीठा, राते की निंदा करे ऐसा कल में डीठा। कौड़े नूं मिठा कहना ते मिठे नूं कौड़ा कहना,
ਰੰਗਿਆਂ ਹੋਇਆਂ ਦੀ, ਜਿਹੜੇ ਰੱਬ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਦੀ ਨਿੰਦਾ ਹੋਣੀ। ਇਹ ਕਲਯੁਗ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਨਾਮ ਜਪਣ ਵਾਲਿਆਂ ਦੀ, ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਦੀ ਨਿੰਦਾ ਹੋਣੀ, ਤੇ ਅੱਜ ਉਹ ਸਭ ਕੁਝ ਹੋ ਰਿਹਾ ਹੈ। ਕਲਯੁਗ ਦੇ ਸਿਖਰ ਚੜ੍ਹ ਕੇ ਜਿਹੜੇ ਲੱਛਣ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਕਲਕੀ ਅਵਤਾਰ ਵਿੱਚ ਦੱਸੇ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ, ਅੱਜ ਉਹ ਸਭ ਕੁਝ ਵਰਤ ਰਿਹਾ ਹੈ। ਪਿਓ ਤੇ ਧੀ ਦਾ ਰਿਸ਼ਤਾ ਸਮਾਪਤ ਹੋ ਜਾਵੇਗਾ, ਭੈਣ ਭਾਈ ਦਾ ਰਿਸ਼ਤਾ ਨਾ ਰਹੇਗਾ, ਮਾਂ ਪੁੱਤ ਦਾ ਕੋਈ ਰਿਸ਼ਤਾ ਨਾ ਰਹੇਗਾ। ਏਦਾਂ ਦਾ ਵਰਤਾਰਾ ਕਲੀ ਕਾਲ ਦਾ ਜਦੋਂ ਭਿਆਨਕ ਰੂਪ ਹੋ ਕੇ ਵਰਤੇਗਾ, ਭਲ ਭਾਗ ਪਿਆ ਹਰ ਸੰਭਲ ਕੇ, ਹਰ ਜੂ ਹਰ ਮੰਦਰ ਆ ਮਹਿੰਗੇ। ਉਹ ਵਰਤਾਰਾ ਜਿਹੜਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਦੱਸਿਆ ਨਾ, ਇਨ ਬਿਨ ਉਸੇ ਤਰ੍ਹਾਂ ਵਰਤ ਰਿਹਾ ਹੈ। ਇਹ ਕਲੀ ਕਾਲ ਦਾ ਸਮਾਂ ਹੈ। ਕਲੀ ਕਾਲ ਦੇ ਇਸ ਭਿਆਨਕ ਸਮੇਂ ਵਿੱਚ ਜਿੱਥੇ ਰੱਬ ਦੇ ਪਿਆਰਿਆਂ ਦੀ ਨਿੰਦਾ ਹੋਣ ਲੱਗ ਪਏ, ਅੱਜ ਹੁੰਦੀ ਹੈ ਨਾ, ਸਾਧੂਆਂ ਦੀ ਨਿੰਦਾ ਹੁੰਦੀ ਹੈ ਸੰਸਾਰ 'ਚ, ਸਤਿਪੁਰਖਾਂ ਦੀ ਨਿੰਦਾ ਹੁੰਦੀ ਹੈ, ਬੰਦਗੀ ਵਾਲਿਆਂ ਦੀ ਨਿੰਦਾ ਕਰਦੇ ਆ ਲੋਕ। ਰਾਤੇ ਕੀ ਨਿੰਦਾ ਕਰ, ਰੰਗਿਆਂ ਹੋਇਆਂ ਦੀ ਨਿੰਦਾ। ਤੋ ਐਸੇ ਕਲੀ ਕਾਲ ਦੇ ਸਮੇਂ ਵਿੱਚ ਜਿੱਥੇ ਹਰ ਪਾਸੇ ਵਿਸ਼ਿਆਂ ਵਿਕਾਰਾਂ ਦੀ ਅੱਗ ਬਲ ਰਹੀ, ਜੀਵ ਸੜ ਰਹੇ ਨੇ, ਪੁੱਜ ਰਹੇ ਨੇ, ਪਾਤਸ਼ਾਹ ਕਹਿੰਦੇ ਐਸੇ ਯੁੱਗ ਵਿੱਚ ਕਿਸੇ ਨੂੰ ਰਾਮ ਦੇ ਨਾਮ ਦਾ ਰੰਗ ਲੱਗ ਜਾਏ, ਪਰਮੇਸ਼ਰ ਦੀ ਬੰਦਗੀ ਦਾ ਰੰਗ ਲੱਗ ਜਾਏ, ਅਕਾਲ ਪੁਰਖ ਦੀ ਭਗਤੀ ਦਾ ਰੰਗ ਲੱਗ ਜਾਏ, ਉਹ ਇਸ ਕਲੀ ਕਾਲ ਦੇ ਵਿੱਚ ਵੱਡਾ ਸੂਰਮਾ ਹੈ। ਉਹ ਸੂਰਾ ਹੈ ਜਿੱਥੇ ਆਪੋ ਧਾਪੀ ਪਈ ਹੋਈ ਹੈ ਜੀਵਾਂ ਨੂੰ। ਦਿਨ ਰਾਤ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਜੀਵ ਕੋਲ ਸਮਾਂ ਹੀ ਨਹੀਂ ਹੈ। ਕਹਿੰਦਾ ਜੀ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੁੰਦਾ ਗੁਰੂ ਘਰ ਜਾਣ ਦਾ। ਇਹੋ ਜਿਹੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਕੋਈ ਬੰਦਗੀ ਕਰਦਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ, ਬਾਣੀ ਪੜ੍ਹਦਾ, ਸਤਿਗੁਰਾਂ ਦੀ ਸੰਗਤ ਕਰਦਾ, ਇਹ ਰੰਗ ਜਿਸ ਨੂੰ ਲੱਗਾ ਹੋਇਆ, ਮਹਾਰਾਜ ਜੀ ਕਹਿੰਦੇ ਭਾਈ ਉਹ ਵੀ ਸੂਰਮਾ ਹੈ। ਜਾਂ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ, ਇਸ ਯੁੱਗ ਵਿੱਚ ਜਿਸ ਨੂੰ ਹਰੀ ਦਾ ਰੰਗ ਲੱਗ ਗਿਆ, ਸੋ ਕਹੀਅਤ ਹੈ ਸੂਰਾ, ਉਹ ਸੂਰਮਾ ਹੈ। ਇਹ ਸੂਰਮੇ ਦੀ ਪਰਿਭਾਸ਼ਾ ਮਹਾਰਾਜ ਜੀ ਦੱਸ ਰਹੇ ਨੇ, ਉਹੀ ਸੂਰਮਾ ਪੰਜਵੇਂ ਪਾਤਸ਼ਾਹ ਕਹਿੰਦੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾਓ, ਖੇਤ ਜੋ ਮੰਡਿਓ ਸੂਰਮਾ ਬਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਉਹ ਸੂਰਮਾ ਹੈ ਜਿਹੜਾ ਆਪਣੇ ਨਿਸ਼ਚੇ ਦੇ ਵਿੱਚ ਪਰਪੱਕ ਰਹੇ, ਜਿਹਦਾ ਨਿਸ਼ਚੈ ਸਵੇਰੇ ਹੋਰ ਉੱਠਦਿਆਂ ਹੁੰਦਾ ਹੈ, ਇਸ਼ਨਾਨ ਪਾਨ ਕਰਦਿਆਂ ਹੋਰ ਹੁੰਦਾ ਹੈ, ਇਸ਼ਨਾਨ ਪਾਨ ਕਰਕੇ ਬੈਠੇ ਹੋਰ ਹੁੰਦਾ, ਸਾਰੇ ਦਿਨ 'ਚ ਕਈ ਤਰ੍ਹਾਂ ਦੇ ਨਿਸ਼ਚੇ ਬਣੇ ਤੇ ਵਿਗੜ ਗਏ। ਉਹ ਕਾਹਦਾ ਸੂਰਮਾ? ਸੂਰਮਾ ਤਾਂ ਉਹ ਹੈ ਜਿਹਦੇ ਹਿਰਦੇ 'ਚ ਪ੍ਰਬਲ ਨਿਸ਼ਚਾ ਹੋਵੇ, ਔਰ ਉਸ ਨਿਸ਼ਚੇ ਨੂੰ ਧਾਰਨ ਕਰਕੇ ਨਿਸ਼ਚੈ ਕਰ ਆਪਣੀ ਜੀਤ ਕਰੋ ਦੀ ਬਿਰਤੀ ਬਣਾਵੇ, ਉਹ ਸੂਰਮਾ। ਨਿਸ਼ਚੈ ਕਰ ਆਪਣੀ ਜੀਤ ਕਰੋ। ਤੁਸੀਂ ਆਖੋਗੇ ਕਿ 7 ਸਾਲ ਤੇ 9 ਸਾਲ ਦੇ ਜਿਹੜੇ ਬਾਲਕ ਸ਼ਹੀਦ ਕੀਤੇ ਗਏ ਤੇ ਵਜੀਦਾ ਜਿੱਤ ਗਿਆ ਤੇ ਉਹ ਬਾਲਕ ਹਾਰ ਗਏ, ਉਹ ਤਾਂ ਸ਼ਹੀਦ ਹੋ ਗਏ? ਨਹੀਂ। 7 ਸਾਲ ਤੇ 9 ਸਾਲ ਦੇ ਗੁਰੂ ਦੇ ਲਾਲ ਸ਼ਹੀਦੀ ਪਾ ਕੇ ਵੀ ਆਪਣੇ ਨਿਸ਼ਚੇ ਕਰਕੇ ਜਿੱਤ ਪ੍ਰਾਪਤ ਕਰ ਗਏ ਤੇ ਵਜੀਦਾ ਹਾਰ ਗਿਆ, ਉਹਨਾਂ ਨੂੰ ਆਪਣੀ ਈਨ ਨਹੀਂ ਮਨਾ ਸਕਿਆ, ਆਪਣੀ ਗੱਲ ਨਹੀਂ ਮਨਾ ਸਕਿਆ, ਤੇ ਫਿਰ ਵਜੀਦਾ ਹਾਰਿਆ, ਸਾਹਿਬਜ਼ਾਦੇ ਤਾਂ ਜਿੱਤ ਗਏ ਨਾ। ਜੋ ਆਪਣੇ ਨਿਸ਼ਚੇ ਦੇ ਵਿੱਚ ਪਰਪੱਕ ਰਹੇ ਉਹ ਵੀ ਸੂਰਮਾ ਹੈ। ਜਿਹਦਾ ਨਿਸ਼ਚਾ ਰੋਜ਼ ਹੀ ਬਦਲਿਆ ਫਿਰੇ, ਕਦੇ ਕਿਸੇ ਤੇ ਕਦੇ ਕਿਸੇ ਤੇ, ਕਦੇ ਕਿਸੇ ਥਾਂ ਤੇ ਕਦੇ ਕਿਸੇ ਥਾਂ ਤੇ, ਦਰ ਬਦਰ ਭਟਕਦਾ ਫਿਰੇ,
ਕਦੇ ਧਾਗਿਆਂ ਦੇ ਉੱਤੇ ਨਿਸ਼ਚਾ ਕਰ ਲਵੇ, ਕਦੇ ਤਵੀਤਾਂ ਦੇ ਉੱਤੇ ਨਿਸ਼ਚਾ ਬਣਾ ਲਵੇ, ਕਦੇ ਜੰਡਾਂ ਪਿੱਪਲਾਂ ਤੇ ਨਿਸ਼ਚਾ ਬਣਾ ਲਵੇ। ਖਾਲਸਾ ਜੀ, ਉਹ ਕੱਚਿਆਂ ਨਿਸ਼ਚਿਆਂ ਵਾਲੇ ਸੂਰਮੇ ਨਹੀਂ ਹਨ, ਕਾਇਰ ਤੇ ਗੀਦੀ ਹਨ, ਜਿਨ੍ਹਾਂ ਦਾ ਇੱਕ ਤੇ ਨਿਸ਼ਚੈ ਆਪਣੇ ਮਾਲਕ ਤੇ, ਆਪਣੇ ਸਾਹਿਬ ਤੇ ਭਰੋਸਾ, ਉਹ ਇਸ ਕਲੀ ਕਾਲ ਦੇ ਵਿੱਚ ਸੂਰਮਾ ਹੈ। ਉਸੇ ਨੂੰ ਸੂਰਾ ਕਿਹਾ ਜਾਂਦਾ ਹੈ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਕਹਿੰਦੇ ਹੈ ਭਾਈ, ਆਪਣੀ ਆਤਮਾ ਨੂੰ, ਆਤਮ ਦਾ ਇੱਥੇ ਅਰਥ ਕਰਾਂਗੇ ਮਨ। ਜਿਹੜਾ ਆਪਣਾ ਮਨ ਜਿੱਤ ਲੈਂਦਾ ਹੈ, ਸਾਰਾ ਕੁਝ ਉਹਦੇ ਵੱਸ ਵਿੱਚ ਆ ਜਾਂਦਾ। ਮਨ ਜੀਤਾ ਜਗ ਜੀਤ। ਜਿਹੜਾ ਮਨ ਜਿੱਤ ਲੈਂਦਾ, ਜਗ ਨੂੰ ਜਿੱਤ ਲੈਂਦਾ। ਆਤਮ ਜਿਣੈ ਸਗਲ ਵਸ ਤਾਕੈ। ਜਿਣੈ ਦਾ ਮਤਲਬ ਹੁੰਦਾ ਜਿੱਤਣਾ। ਜਿਹੜਾ ਆਤਮ ਮਨ ਨੂੰ ਜਿੱਤ ਲਏ, ਸਾਰਾ ਕੁਝ ਉਹਦੇ ਕੰਟਰੋਲ 'ਚ ਹੈ, ਸਭ ਕੁਝ ਉਹਦੇ ਵੱਸ 'ਚ ਆ ਜਾਂਦਾ। ਫਿਰ ਕੋਈ ਵਿਕਾਰ ਉਹਨੂੰ ਆਪਣੇ ਆਪ ਹਾਵੀ ਹੋ ਕੇ ਆਪਣੇ ਪ੍ਰਭਾਵ ਥੱਲੇ ਨਹੀਂ ਲਿਆ ਸਕਦਾ, ਕਿਉਂਕਿ ਉਹ ਸਾਰਾ ਕੁਝ ਵੱਸ 'ਚ ਕਰ ਲੈਂਦਾ। ਉਹਦੀਆਂ ਮਨ ਇੰਦਰੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਕਾਬੂ ਵਿੱਚ ਆ ਜਾਂਦੀਆਂ। ਜਿਹੜਾ ਮਨ ਜਿੱਤ ਲਵੇ, ਉਹ ਸਾਰਾ ਕੁਝ ਹੀ ਆਪਣੇ ਵੱਸ 'ਚ ਕਰ ਲੈਂਦਾ। ਉਹਦੀਆਂ ਅੱਖਾਂ ਉਹਦੀ ਇਜਾਜ਼ਤ ਤੋਂ ਬਿਨਾਂ ਮਾੜਾ ਨਹੀਂ ਵੇਖਦੀਆਂ, ਉਹਦੇ ਕਾਬੂ ਵਿੱਚ ਆ ਜਾਂਦੀਆਂ। ਕੰਨ ਉਹਦੇ ਕਾਬੂ ਵਿੱਚ ਆ ਜਾਂਦੇ ਆ। ਗਿਆਨ ਇੰਦਰੀਆਂ ਸਾਰੀਆਂ ਕਾਬੂ 'ਚ ਆ ਜਾਂਦੀਆਂ। ਪਰ ਮਨ ਵੀ ਕੌਣ ਜਿੱਤਦਾ? ਜਿਸ ਦਾ ਸਤਿਗੁਰੂ ਪੂਰਾ ਹੈ। ਜਾ ਕਾ ਸਤਿਗੁਰੂ ਪੂਰਾ। ਜਿਹਦਾ ਸਤਿਗੁਰੂ ਪੂਰਾ ਹੈ, ਉਹੀ ਆਪਣੇ ਮਨ ਨੂੰ ਜਿੱਤਦਾ ਹੈ। ਬੜੀ ਔਖੀ ਘਾਟੀ ਹੈ ਇਸ ਮਨ ਨੂੰ ਜਿੱਤਣਾ। ਪੰਜੇ ਪਾਂਡਵ ਵਨ ਵਿੱਚ ਗਏ ਹਨ। ਦ੍ਰੋਪਦੀ ਨੂੰ ਪਿਆਸ ਲੱਗੀ, ਪਾਣੀ ਭਰਨ ਵਾਸਤੇ ਸਭ ਤੋਂ ਛੋਟਾ ਭਰਾ ਗਿਆ। ਤਲਾਬ ਸੀ, ਤਲਾਬ ਦੇ ਵਿੱਚੋਂ ਪਾਣੀ ਭਰਨ ਲੱਗਾ, ਪਿੱਛੋਂ ਆਵਾਜ਼ ਆਈ, ਠਹਿਰ ਜਾ। ਨਹੀਂ ਰੁਕਿਆ, ਬੇਹੋਸ਼ ਹੋ ਕੇ ਡਿੱਗ ਪਿਆ। ਸਹਦੇਵ ਗਿਆ, ਉਹ ਵੀ ਨਹੀਂ ਪਰਤਿਆ। ਭੀਮ ਗਿਆ, ਅਰਜਨ ਗਿਆ, ਕੋਈ ਵਾਪਸ ਨਹੀਂ ਪਰਤਿਆ। ਅਖੀਰ ਯੁਧਿਸ਼ਟਰ ਪਹੁੰਚਿਆ, ਵੇਖਿਆ ਚਾਰੇ ਭਰਾ ਤਲਾਬ ਦੇ ਕੰਢੇ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਨੇ। ਯੁਧਿਸ਼ਟਰ ਨੇ ਕਾਹਲੀ ਨਾਲ ਪਾਣੀ ਭਰਨ ਵਾਸਤੇ ਹੱਥ ਅੱਗੇ ਵਧਾਏ। ਆਵਾਜ਼ ਆਈ, ਠਹਿਰ ਜਾ, ਨਹੀਂ ਤਾਂ ਤੇਰੇ ਭਰਾਵਾਂ ਵਾਂਗੂ ਤੇਰੀ ਹਾਲਤ ਹੋਵੇਗੀ। ਰੁਕ ਗਿਆ, ਸੱਜੇ ਖੱਬੇ ਵੇਖਿਆ ਤੇ ਦਰਖਤ ਦੇ ਉੱਤੇ ਇੱਕ ਯਕਸ਼ ਬੈਠਾ ਹੈ। ਕਹਿਣ ਲੱਗਾ, ਜੀ ਦੱਸੋ। ਯਕਸ਼ ਕਹਿੰਦਾ, ਮੈਂ ਸਵਾਲ ਕਰਾਂਗਾ, ਤੂੰ ਜਵਾਬ ਦੇਈਂ, ਤਾਂ ਤੇਰੇ ਭਰਾ ਸੁਰਜੀਤ ਹੋਣਗੇ। ਉਸ ਯਕਸ਼ ਨੇ ਕਈ ਸਵਾਲ ਕੀਤੇ ਕਿ ਧਰਤੀ ਤੋਂ ਭਾਰਾ ਕੀ ਹੈ, ਆਕਾਸ਼ ਤੋਂ ਉੱਚਾ ਕੀ ਹੈ। ਉੱਥੇ ਉਹਨੇ ਇੱਕ ਸਵਾਲ ਇਹ ਵੀ ਕੀਤਾ ਕਿ ਹਵਾ ਨਾਲੋਂ ਤੇਜ਼ ਕੀ ਹੈ। ਹਵਾ ਕਿਤਨੀ ਤੇਜ਼ ਹੈ। ਆਕਾਸ਼ ਵਿੱਚ ਉੱਡਣ ਵਾਲੇ ਜਹਾਜ਼ ਹਵਾ ਦੀ ਤੇਜ਼ੀ ਨਾਲ ਉੱਡਦੇ ਹੈ। ਰੋਕੇਟ ਅਸਮਾਨ ਨੂੰ ਚੜ੍ਹਦੇ ਨੇ, ਹਵਾ ਦੀ ਤੇਜ਼ੀ ਨਾਲ ਉੱਡਦੇ ਹੈ। ਹਵਾ ਬੜੀ ਤੇਜ਼ ਹੈ। ਉਹ ਕਹਿੰਦਾ, ਹਵਾ ਨਾਲੋਂ ਤੇਜ਼ ਕੀ ਹੈ? ਤਾਂ ਯੁਧਿਸ਼ਟਰ ਨੇ ਜਵਾਬ ਦਿੱਤਾ, ਹਵਾ ਨਾਲੋਂ ਤੇਜ਼ ਇਨਸਾਨ ਦਾ ਮਨ ਹੈ। ਹਵਾ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਜਾਂਦਿਆਂ ਸਮਾਂ ਲਾਉਂਦੀ ਹੈ, ਮਨ ਇੱਕ ਅੱਖ ਦੇ ਫੋਰ 'ਚ ਕਿਤੇ ਦੀ ਕਿਤੇ ਜਾ ਪਹੁੰਚਦਾ ਹੈ। ਇਹ ਹਵਾ ਨਾਲੋਂ ਵੀ ਤੇਜ਼ ਹੈ। ਇਤਨਾ ਤੇਜ਼ ਤੇ ਚੰਚਲ ਮਨ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਵਸ ਕੀਤਾ ਜਾ ਸਕਦਾ, ਜਿੱਤਿਆ ਜਾ ਸਕਦਾ। ਔਰ ਜਦੋਂ ਇਹ ਮਨ ਕਾਬੂ ਵਿੱਚ ਆ ਜਾਏ, ਮਨ ਜਿੱਤਿਆ ਜਾਵੇ, ਉਨਮਨੀ ਅਵਸਥਾ 'ਚ ਚਲਾ ਜਾਏ, ਤਾਂ ਫਿਰ ਇਹ ਤਿੰਨਾਂ ਲੋਕਾਂ ਦੀਆਂ ਬਾਤਾਂ ਜਾਣਨ ਲੱਗ ਪੈਂਦਾ।
ਇਹੀ ਮਨ ਜਦੋਂ ਉਨਮਨ ਹੋ ਜਾਂਦਾ ਹੈ, ਯਾਨੀ ਕਿ ਬਾਹਰ ਦੀ ਬਜਾਏ ਅੰਤਰਮੁਖੀ ਹੋ ਜਾਂਦਾ ਹੈ, ਤਾਂ ਇਹਨੂੰ ਤਿੰਨਾਂ ਲੋਕਾਂ ਦੇ ਵਿੱਚ ਕਿੱਥੇ ਕੀ ਵਰਤ ਰਿਹਾ ਇੱਥੇ ਬੈਠਿਆਂ ਪਤਾ ਲੱਗਣ ਲੱਗ ਪੈਂਦਾ, ਸੁਝਣ ਲੱਗ ਪੈਂਦਾ। ਬਿਨਾਂ ਅੱਖਾਂ ਤੋਂ ਵੇਖਣਾ ਆ ਜਾਂਦਾ ਹੈ, ਬਿਨਾਂ ਕੰਨਾਂ ਤੋਂ ਸੁਣਨਾ ਆ ਜਾਂਦਾ। ਅੱਖੀ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ। ਉਹ ਬਈ ਤੂੰ ਮੇਰੇ ਵਾਸਤੇ ਆ ਗੱਲ ਕਹਿੰਦਾ ਸੀ, ਉਹ ਕਹਿੰਦਾ ਇਹ ਤਾਂ ਉੱਥੇ ਹੈ ਵੀ ਨਹੀਂ ਸੀ। 1000 ਮੀਲ ਦੀ ਵਾਟ ਤੇ ਬੈਠੇ ਅਸੀਂ ਗੱਲ ਕੀਤੀ, ਇਹਨੇ ਕਿਵੇਂ ਸੁਣ ਲਈ? ਜਦੋਂ ਮਨ ਉਨਮਨੀ ਅਵਸਥਾ 'ਚ ਚਲਾ ਜਾਂਦਾ ਹੈ, ਫਿਰ ਉਹ ਤਿੰਨਾਂ ਲੋਕਾਂ ਵਿੱਚ ਕਿੱਥੇ ਕੀ ਵਰਤ ਰਿਹਾ ਜਾਣਨਾ ਸ਼ੁਰੂ ਕਰ ਦਿੰਦਾ। ਇਹਨੂੰ ਕਹਿੰਦੇ ਆਤਮ ਜਣੈ ਸਗਲ ਵਸ ਤਾਂ ਕੈ। ਜਿਹੜਾ ਆਤਮਾ ਨੂੰ ਜਿੱਤ ਲੈਂਦਾ, ਮਨ ਨੂੰ ਜਿੱਤ ਲੈਂਦਾ ਹੈ, ਸਾਰਾ ਕੁਝ ਉਹਦੇ ਵਸ ਵਿੱਚ ਆ ਜਾਂਦਾ। ਮਨ ਜੀਤਾ ਹੈ ਜਗ ਜੀਤ, ਉਹ ਫਿਰ ਸਾਰੇ ਜਗਤ ਨੂੰ ਆਪਣੇ ਕੰਟਰੋਲ 'ਚ ਕਰ ਲੈਂਦਾ, ਸਾਰੇ ਜਗਤ ਨੂੰ ਜਿੱਤ ਲੈਂਦਾ। ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੁਇਰ ਸਾਹਿਬ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਨੇ। ਕਲਗੀਧਰ ਸਵਾਮੀ ਜੀ ਨੂੰ ਗੁਰਿਆਈ ਦਾ ਤਿਲਕ ਭਾਈ ਰਾਮ ਕੁਇਰ ਸਾਹਿਬ ਨੇ ਦਿੱਤਾ ਸੀ। ਇੱਕ ਵਾਰ ਲਾਹੌਰ ਗਏ, ਉੱਥੋਂ ਦੇ ਨਵਾਬ ਨੇ ਭਾਈ ਰਾਮ ਕੁਇਰ ਦੀ ਪਰਖ ਕਰਨੀ ਚਾਹੀ। ਭਾਈ ਰਾਮ ਕੁਇਰ ਜੀ ਕੀ ਕਰਦੇ ਸੀ? ਜਿਹੜੇ ਘੋੜੇ ਤੇ ਬਹਿੰਦੇ ਸੀ, ਉਹ ਘੋੜੇ ਤੇ ਕਾਠੀ ਨਹੀਂ ਸੀ ਪਾਉਂਦੇ। ਕਦੇ ਦੋਵਾਂ ਪਾਸੇ ਲੱਤਾਂ ਕਰਕੇ ਬਹਿ ਜਾਣਾ ਤੇ ਕਦੇ ਇੱਕੋ ਪਾਸੇ ਦੋਵੇਂ ਲੱਤਾਂ ਕਰਕੇ ਘੋੜੇ ਤੇ ਬਹਿ ਜਾਣਾ, ਤੇ ਘੋੜੇ ਨੇ ਉਹਨਾਂ ਦੇ ਮਨ ਅਨੁਸਾਰ ਟੁਰ ਪੈਣਾ। ਉਹਨੇ ਪੁੱਛਣਾ ਕਿ ਜੇ ਉੱਤੋਂ ਡਿੱਗ ਪੈਣ, ਕੋਈ ਸੱਟ ਫੇਟ ਲੱਗ ਜਾਏ? ਉਹ ਕਹਿੰਦੇ ਨਹੀਂ, ਇਹ ਘੋੜਾ ਇਹਨਾਂ ਦੇ ਵੱਸ ਹੋ ਕੇ ਇਹਨਾਂ ਦੇ ਮਨ ਦੇ ਅਨੁਸਾਰ ਚੱਲਦਾ ਹੈ। ਨਾ ਘੋੜੇ ਨੂੰ ਲਗਾਮ ਪਾਉਂਦੇ ਸੀ, ਨਾ ਘੋੜੇ ਤੇ ਕਾਠੀ ਪਾਣੀ, ਨਾ ਰਕਾਬ ਪਾਉਣੀ, ਏਦਾਂ ਹੀ ਛਾਲ ਮਾਰ ਕੇ ਉੱਤੇ ਬਹਿ ਜਾਣਾ। ਉਹਨੇ ਸੋਚਿਆ ਵੀ ਵੇਖਦੇ ਆ, ਇਹ ਤਾਂ ਇਹਨਾਂ ਦਾ ਆਪਣਾ ਘੋੜਾ ਹਿਲਿਆ ਹੋਵੇਗਾ। ਇਹਨੇ ਇੱਕ ਬੜੀ ਅਬੈੜੀ ਘੋੜੀ, ਜਿਹੜੀ ਕਿਸੇ ਨੂੰ ਆਪਣੇ ਤੇ ਬਹਿਣ ਨਹੀਂ ਸੀ ਦਿੰਦੀ, ਜਿਹੜਾ ਕੋਈ ਬਹਿੰਦਾ ਸੀ ਉਹਨੂੰ ਇਹੋ ਜੀ ਤੇਜ਼ੀ ਦੇ ਨਾਲ ਭੱਜ ਕੇ ਮਾਰਦੀ ਸੀ, ਕਿਸੇ ਨੂੰ ਕੰਧ 'ਚ, ਕਿਸੇ ਨੂੰ ਦਰਖਤ ਵਿੱਚ, ਕਿ ਸੱਟ ਫੇਟ ਮਾਰ ਕੇ ਸੁੱਟ ਦਿੰਦੀ ਸੀ। ਇੱਕ ਦੋ ਬੰਦੇ ਉਸ ਘੋੜੀ ਤੇ ਉੱਤੋਂ ਡਿੱਗ ਕੇ ਮਰੇ ਵੀ ਸਨ। ਬੜੀ ਚੰਚਲ ਘੋੜੀ ਸੀ। ਆਖਿਆ ਇਹ ਦਿੰਨੇ ਆ, ਇਹਦੇ ਤੇ ਵੇਖਦੇ ਆ ਕਿਵੇਂ ਬਹਿੰਦੇ ਆ ਰਾਮ ਕੁਇਰ ਜੀ। ਉਹਨੂੰ ਲਗਾਮ ਪਾ ਦਿੱਤੀ, ਕਾਠੀ ਵੀ ਪਾ ਦਿੱਤੀ, ਤੇ ਪਾ ਕੇ ਭਾਈ ਰਾਮ ਕੁਇਰ ਸਾਹਿਬ ਨੂੰ ਕਹਿਣ ਲੱਗਾ, ਨਵਾਬ ਭਾਈ ਸਾਹਿਬ, ਆਪ ਜੀ ਇਸ ਘੋੜੀ ਤੇ ਸਵਾਰ ਹੋ ਕੇ ਲਾਹੌਰ ਦਾ ਗੇੜਾ ਮਾਰੋ। ਭਾਈ ਸਾਹਿਬ ਨੇ ਹੁਣ ਜਾ ਕੇ ਘੋੜੀ ਨੂੰ ਵੇਖਿਆ ਤੇ ਲਗਾਮ ਲਾ ਦਿੱਤੀ ਪਹਿਲਾਂ, ਫਿਰ ਕਾਠੀ ਵੀ ਲਾ ਕੇ ਸੁੱਟ ਦਿੱਤੀ। ਜਿਹਦੇ ਤੇ ਕਾਠੀ ਪਾ ਕੇ ਲਗਾਮ ਪਾ ਕੇ ਬਹਿਣਾ ਔਖਾ ਸੀ, ਉਹਦੇ ਤੇ ਭਾਈ ਰਾਮ ਕੁਇਰ ਸਾਹਿਬ ਜੀ ਇਸੇ ਤਰ੍ਹਾਂ ਅਡੋਲ, ਜਿਵੇਂ ਇੱਕ ਪਾਸੇ ਲੱਤਾਂ ਕਰਕੇ ਘੋੜੀ ਦੇ ਉੱਤੇ ਬੈਠ ਗਏ। ਕਹਿੰਦੇ ਚੱਲ। ਘੋੜੀ ਇਸ ਤਰ੍ਹਾਂ ਟੁਰਨ ਲੱਗੀ ਮਾਨੋ ਜਿਵੇਂ ਪਹਿਲਾਂ ਕਿਸੇ ਮਰਾਸ਼ੀ ਨੇ ਉਹਨੂੰ ਸਿਖਾਇਆ ਹੋਵੇ। ਰੰਚਕ ਭਰ ਵੀ ਉਹਨੇ ਚੰਚਲਤਾਈ ਨਹੀਂ ਕੀਤੀ। ਭਾਈ ਸਾਹਿਬ ਦੇ ਮਨ ਦੇ ਅਨੁਸਾਰ ਉਹ ਟੁਰੀ ਚਲੀ ਜਾਂਦੀ ਹੈ। ਵੇਖ ਕੇ ਨਵਾਬ ਹੈਰਾਨ ਹੈ। ਇਹ ਇਤਿਹਾਸ ਦੀ ਵਾਰਤਾ ਹੈ। ਅਸਲ ਵਿੱਚ ਸੱਚਾਈ ਇਹ ਹੈ, ਸਿਧਾਂਤ ਇਹ ਹੈ ਕਿ ਜਿਨ੍ਹਾਂ ਨੇ ਮਨ ਵਸ ਕਰ ਲਿਆ ਹੁੰਦਾ ਹੈ, ਉਹ ਸਭ ਕੁਝ ਆਪਣੇ ਵਸ ਵਿੱਚ ਕਰ ਸਕਦੇ ਹੈ। ਜਾਨਵਰਾਂ ਤੇ ਪਸ਼ੂਆਂ ਤੇ ਵੀ ਉਹਨਾਂ ਦਾ ਕੰਟਰੋਲ ਆ ਜਾਂਦਾ ਹੈ। ਬਾਬਾ ਪ੍ਰੀਤਮ ਦਾਸ ਜੀ ਵਰਗੇ ਉਦਾਸੀ ਮਹਾਂਪੁਰਸ਼ਾਂ ਨੇ ਸ਼ੇਰ ਨੂੰ ਹੀ ਬਲਦ ਦੀ ਜਗ੍ਹਾ ਦੇ ਉੱਤੇ ਗੱਡੇ ਦੇ ਵਿੱਚ ਜੋੜ ਲਿਆ ਸੀ। ਪੀਰ ਬੁੱਢਣ ਸ਼ਾਹ ਜੀ ਦਾ ਸਥਾਨ ਹੈ ਕੀਰਤਪੁਰ ਸਾਹਿਬ। ਉਹਨਾਂ ਦੀਆਂ ਬੱਕਰੀਆਂ ਨੂੰ ਸ਼ੇਰ ਚਾਰ ਕੇ ਲਿਆਉਂਦਾ ਹੈ। ਹਾਲਾਂਕਿ ਸ਼ੇਰ ਤੇ ਬੱਕਰੀਆਂ ਦਾ ਮੇਲ ਹੈ। ਇਹ ਜਿਹੜੀਆਂ ਸਾਖੀਆਂ ਆਉਂਦੀਆਂ ਨੇ ਨਾ, ਇਹ ਹਵਾ ਦੇ ਵਿੱਚ ਨਹੀਂ ਬਣੀਆਂ ਹੋਈਆਂ। ਇਹ ਗੁਰੂ ਨਾਨਕ ਸਾਹਿਬ ਦੇ ਜੋ ਪਾਵਨ ਬਚਨ ਨੇ, ਮਨ ਜੀਤਾ ਜਗ ਜੀਤ ਦੀ ਖੇਡ ਹੈ, ਆਤਮ ਜਣੈ
ਸਗਲ ਵਸ ਤਾਕੈ, ਸਭ ਉਹਦੇ ਵਸ ਚ ਆ ਜਾਂਦਾ ਹੈ। ਜਾ ਕਾ ਸਤਿਗੁਰ ਪੂਰਾ। ਪਰ ਮਨ ਕੌਣ ਜਿੱਤਦਾ ਹੈ? ਕਹਿੰਦੇ ਜਿਸ ਦਾ ਸਤਿਗੁਰੂ ਪੂਰਾ ਹੋਵੇ, ਜਿਸ ਦੇ ਗੁਰੂ ਪੂਰੇ ਹੋਣ, ਉਹੀ ਆਪਣੇ ਮਨ ਨੂੰ ਜਿੱਤ ਸਕਦੇ ਹਨ। ਠਾਕੁਰ ਗਾਈਐ ਆਤਮ ਰੰਗ। ਇਹ ਭਾਈ ਉਸ ਠਾਕੁਰ ਨੂੰ ਗਾਓ, ਆਪਣਾ ਮਨ ਉਹਦੇ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਗਾਓ। ਇੱਥੇ ਆਤਮ ਦਾ ਅਰਥ ਮਨ ਹੀ ਹੋਵੇਗਾ। ਮਨ ਨੂੰ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਉਸ ਠਾਕੁਰ ਦੀਆਂ ਸਿਫਤਾਂ ਨੂੰ ਗਾਓ। ਠਾਕੁਰ ਗਾਈਐ ਆਤਮ ਰੰਗ, ਠਾਕੁਰ ਗਾਈਐ ਆਤਮ ਰੰਗ। 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 ਮਨ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਉਸ ਠਾਕੁਰ ਦੀਆਂ ਸਿਫਤਾਂ ਨੂੰ ਗਾਵੋ। ਨਿਰੰਕਾਰ ਦੀਆਂ ਸਿਫਤਾਂ ਨੂੰ ਗਾਇਨ ਕਰੋ। ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਇਹ ਭਾਈ ਉਸ ਮਾਲਕ ਦੀ ਸ਼ਰਨ ਵਿੱਚ ਆਪਣਾ ਆਪ ਪਾਵੋ। ਸਰਣੀ ਪਾਵਨ, ਸ਼ਰਨ ਚ ਪਾ ਕੇ ਨਾਮ ਧਿਆਵਨ, ਨਾਮ ਨੂੰ ਧਿਆਉਂਦੇ ਆ ਰੱਬ ਦੇ ਪਿਆਰੇ। ਸਹਿਜ ਸਮਾਵਨ ਸੰਗ, ਉਹ ਸਹਿਜੇ ਹੀ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਦੇ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਰਹਾਉ ਜਨ ਕੇ ਚਰਨ, ਵਸਹਿ ਮੇਰਹਿ ਅਰੈ, ਸੰਗ ਪੁਨੀਤਾ ਦੇਹੀ। ਰੱਬ ਦੇ ਪਿਆਰਿਆਂ ਦੇ ਚਰਨ ਮੇਰੇ ਹਿਰਦੇ ਵਿੱਚ ਵਸਦੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਵਸਦਿਆਂ ਮੇਰੀ ਇਹ ਦੇਹੀ, ਯਾਨੀ ਕਿ ਮੇਰਾ ਹਿਰਦਾ ਪਵਿੱਤਰ ਹੋ ਗਿਆ। ਰੱਬ ਦੇ ਪਿਆਰਿਆਂ ਦੇ ਚਰਨ ਹਿਰਦੇ ਵਿੱਚ ਵਸੇ ਨੇ, ਔਰ ਮੇਰਾ ਹਿਰਦਾ, ਮੇਰਾ ਮਨ ਪਵਿੱਤਰ ਹੋ ਗਿਆ। ਸਾਧੂਆਂ ਦੇ ਚਰਨ ਹਿਰਦੇ 'ਚ ਵਸਣ ਦਾ ਮਤਲਬ ਹੈ ਉਹਨਾਂ ਦੇ ਚਰਨਾਂ ਵਿੱਚ ਹਲੀਮੀ ਤੇ ਨਿਮਰਤਾ ਸਹਿਤ ਰਹਿਣਾ। ਗੁਰਸਿੱਖਾਂ ਦੇ ਚਰਨਾਂ ਵਿੱਚ, ਗੁਰਸਿੱਖਾਂ ਦੀ ਸ਼ੋਭਤ ਵਿੱਚ, ਗੁਰਸਿੱਖਾਂ ਦੀ ਸੰਗਤ ਵਿੱਚ ਨਿਮਰਤਾ ਸਹਿਤ ਵਿਚਰਨਾ। ਤੇ ਜਿਹੜੇ ਹਲੀਮੀ ਤੇ ਨਿਮਰਤਾ ਨਾਲ ਵਿਚਰਦੇ ਆ ਗੁਰਸਿੱਖਾਂ ਦੀ ਸੰਗਤ ਵਿੱਚ, ਉਹਨਾਂ ਦੇ ਹਿਰਦੇ, ਉਹਨਾਂ ਦੀਆਂ ਦੇਹੀਆਂ ਪਵਿੱਤਰ ਹੋ ਜਾਂਦੀਆਂ ਹਨ। ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ। ਇਹ ਪ੍ਰਭੂ ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜ ਕਿਰਪਾ ਨਿਧ ਸੁਆਮੀ ਜੀ ਮੈਨੂੰ ਬਖਸ਼ੋ, ਮੇਰੇ ਲਈ ਇਹੀ ਸਭ ਤੋਂ ਵੱਡਾ ਸੁੱਖ ਹੈ। ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜ ਉਹ ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਮਹਾਰਾਜ ਮੇਰੇ ਲਈ ਇਹ ਸਭ ਤੋਂ ਵੱਡਾ ਸੁੱਖ ਹੈ ਜਦੋਂ ਤੁਹਾਡੇ ਪਿਆਰਿਆਂ ਦੇ ਚਰਨਾਂ ਦੀ ਖਾਕ ਮੈਂ ਆਪਣੇ ਮਸਤਕ ਤੇ ਲਾਵਾਂ, ਤੇ ਜਿਹੜਾ ਸਕੂਨ, ਜਿਹੜਾ ਆਨੰਦ ਉਸ ਵੇਲੇ ਮੇਰੇ ਹਿਰਦੇ ਵਿੱਚ ਆਉਂਦਾ, ਉਸ ਸੁੱਖ ਦੇ ਬਰਾਬਰ ਦੁਨੀਆ ਦਾ ਕੋਈ ਸੁੱਖ ਨਹੀਂ ਹੈ। ਮੈਂ ਇਹੀ ਸੁੱਖ ਤੁਹਾਡੇ ਚਰਨਾਂ ਚੋਂ ਮੰਗਦਾ ਹਾਂ।